फगवाड़ा के हरप्रीत सिंह सोनू और प्रितपाल सिंह मंगा ने बलजीत सिंह बल्ली के खिलाफ की प्रेस कॉन्फ्रेंस। फगवाड़ा से यश शर्मा की रिपोर्ट। तह दिलों धन्नवाद। जिवें कि तुसीं सब जानते हो, मुहल्ला सतनामपुरा शहर फगवाड़ा दे एक बलजीत सिंह बल्ली जिहदा विशा अज सोशल मीडिया ते एक चर्चा का बनया होया पिया लड़ाई झगड़े का केस या जो भी तुहाडे सामने। कल उस बलजीत सिंह बल्ली ने एक प्रैस वार्ता करके कुछ हासोहीणियां भी गल्लां कहीआं, कुछ उन्हें इहो जिहियां भी गल्लां कहीआं ते जिहड़ियां कि मतलब कोई पहुँचाउण दे लायक नहीं सी। मैं अज अपने फेसबुक हरप्रीत सिंह सोनू फगवाड़ा के उत्ते सवेरे लिखिया सी कि मैं अपना जो पक्ष आ उहदियां लिटरली नॉर्मल गल्लां दा छोटे लफ्ज़ां विच आप जी दे नाल सन्मुख करदा, जिहदे विच संगत आप ही फगवाड़े दे वासी, प्रशासन और पत्रकार भाईचारा फैसला करन नूं तैयार। उस बंदे ने यह मैनू गल कही आ, सब तो पहला मेरे ते उन्हें इल्जाम इस गल का लाया कि यह बंदा लाइव वीडियो पाउंदा ते लोकां नूं ब्लैकमेल करदा। ब्लैकमेल की लफ्ज़ हुंदा ये सारी दुनिया बाखूबी जानती है। इसदा जवाब कानूनन तौर पर इतों लवांगे। इस बंदे ने यह कहा कि हरप्रीत सिंह सोनू कहता हजूरा सिंह जेल च रह के आया। जेल किहड़े लफ्ज़ दे विच मैं कहा, जेल वाला लफ्ज़ मैनू ये दिखा या सुना। दूजी गल, इस बंदे ने मैनू ये गल कही कि एक इंसान दे उत्ते इन्हें षड्यंत्र रचिया, ਉਹਦੇ ਉੱਤੇ केस ਕੀਤੇ ਤੇ ਉਹਦੇ ਦਰਮਿਆਨ ਇਹਨੇ मतलब ਉਹ ਕੀਤਾ ਭੁੱਖ ਹੜਤਾਲ ਰੱਖੀ ਤੇ ਜਿੱਥੇ ਮੈਂ ਇਹਨੂੰ 버ਗਰ ਦੇਣਗੇ। ਉਹਦੇ ਵਿੱਚ ਮੈਂ ਗੱਲ ਇੱਕ ਸਾਰੇ ਫਗਵਾੜਾ ਵਾਸੀਆਂ ਨੂੰ ਕਹਿਣਾ ਧਿਆਨ ਨਾਲ ਸੁਣਨਾ। ਇਹਨੇ ਕਿਹਾ ਕਿ ਮੇਰੀ ਮਦਰ ਦੀ ਵੀ ਡੈਥ ਹੋ ਗਈ। ਇਹਨਾਂ ਸਾਰੇ ਪ੍ਰੈਸ਼ਰਾਈਜ਼ ਸਿਸਟਮ ਨੂੰ ਲੈ ਕੇ ਕੇਸਾਂ ਜਨ ਲੈ ਕੇ ਅਕਤੂਬਰ 2015 ਦੇ ਵਿੱਚ मैं मानयोग पत्रकार भाईचारे ਨੂੰ समूह फगवाड़ा वासियों ਨਾਲ एक बेनती करदा ऑन रिकॉर्ड, ਜਿਹਦੀ मदर की डैथ किसी के प्रैशर ਇਹਨੇ ਜਿੱਦਾਂ ਸਾਨੂੰ ਦੋਨਾਂ ਭਰਾਵਾਂ ਨੂੰ ਉਸ ਗੱਲ ਵਿੱਚ ਇਹਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਸਾਡੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ 2015 ਅਕਤੂਬਰ ਮਹੀਨੇ ਸਾਡੀ ਮਦਰ ਦੀ ਡੈਥ ਹੋ ਗਈ। ਪਹਿਲੀ ਤਾਂ ਗੱਲ ਕੁਝ ਲੋਕ ਜਾਣਦੇ ਵੀ ਨੇ, ਜਿਹੜੇ ਨਹੀਂ ਵੀ ਜਾਣਦੇ, ਇਹਦੇ ਮਦਰ ਦੀ ਡੈਥ ਹੋਈ ਕੈਨੇਡਾ ਦੇ ਵਿੱਚ। ਸਾਡਾ ਤਾਂ ਮੇਰਾ ਤਾਂ ਪਾਸਪੋਰਟ ਵੀ ਨਹੀਂ ਬਣਿਆ। जे ਇਹਦੀ ਡੈਥ ਦੇ ਵਿੱਚ ਇਹ ਸਾਨੂੰ ਭਾਗੀ, ਇਹਦੀ ਮਤਲਬ ਮਦਰ ਦੀ ਡੈਥ ਵਿੱਚ, ਸੌਰੀ ਮੈਂ ਲਫ਼ਜ਼ ਗਲਤ ਬੋਲ ਗਿਆ, ਇਹਦੇ ਮਦਰ ਦੀ ਡੈਥ ਦੇ ਵਿੱਚ ਇਹ ਸਾਨੂੰ ਭਾਗੀਦਾਰ ਮੰਨਦਾ 2015 ਚ ਡੈਥ ਹੋਈ ਨੂੰ। ਤੇ 2016 ਦੇ ਵਿੱਚ ਆ ਜਿਹੜਾ ਇੱਕ 133 CRPC ਦਾ ਪੋਲਿਊਸ਼ਨ ਦੇ ਖਿਲਾਫ ਸਾਡਾ ਕੇਸ ਸੀ, ਨਾ ਕਿ ਬਤੌਰ ਕਿਸੇ ਇਨਸਾਨ ਦੇ ਖਿਲਾਫ ਸੀ। ਇਸ ਕੇਸ ਦੇ ਵਿੱਚ ਇਹਨਾਂ ਦੋਨਾਂ ਪੇ ਪੁੱਤਰਾਂ ਦੇ ਸਾਈਨ ਆ ਜ਼ੂਮ ਕਰਕੇ ਸਭ ਤੋਂ ਥੱਲੜੇ ਸਾਈਨ ਦੇਖ ਸਕਦੇ ਹੋ, ਔਨ ਰਿਕਾਰਡ ਹੈ ਜੀ। ਜੇ ਇਹ ਛੜਿਆੰਤਰ ਸੀ ਕਿਸੇ ਬੰਦੇ ਦੇ ਖਿਲਾਫ, ਇਹਨਾਂ ਦੋਨਾਂ ਪੇ ਪੁੱਤਰਾਂ ਨੇ ਇਹਦੇ ਵਿੱਚ ਸਾਈਨ ਕਿਉਂ ਕੀਤੇ? ਜਿਹਦੀ ਮਾਂ ਕਿਸੇ ਦੇ ਡਿਪਰੈਸ਼ਨ ਕਰਕੇ ਦੁਨੀਆ ਤੋਂ ਚਲੇ ਗਈ ਹੋਵੇ, ਇਹ ਕਹਿੰਦਾ ਮੈਂ ਉਹਨੂੰ 버ਗਰ ਖਿਲਾਉਣ ਆਇਆ, ਇਹੋ ਜਿਹਾ ਪੁੱਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ? एक पासे ये बंदा कह रहा भी इन्हां बंदियां, एक गल नोट करियो, सच्चाई छुप नहीं सकती बनावट के असूलों से, खुशबू आ नहीं सकती कागज के फूलों से। मेरी गल सुन, शेर ना बोलो जेड़ी गल दा वो सच्चाई की नहीं क्या बर्गर खाते या नहीं खाते। मैं कहना मैनूं लोड़ ही नहीं इस गल दी कहण, इस गल दा जवाब देना, ਇਹਦਾ ਜਵਾਬ मैं ਤੁਹਾਨੂੰ ਇਸ ਗੱਲ 'ਚ ਦਿੰਨਾ। ਇਹਦੀ ਸੱਚਾਈ 버ਗਰ ਖਾਣ ਦੀ ਇਸ ਗੱਲ 'ਚ ਮੈਂ ਤੁਹਾਨੂੰ ਜਵਾਬ ਬਾਖੂਬੀ ਦਿੰਨਾ। ਆਪਣੀ ਮਾਂ ਦਾ ਅਕਤੂਬਰ 2015 ਦਾ ਮੇਰੇ ਜਾਂ ਮੇਰੇ ਭਰਾ ਦੇ ਉੱਤੇ ਲਾਂਛਨ ਲਾ ਕੇ ਜਿਸ ਬੰਦੇ ਦੀ ਮਾਂ ਨੂੰ ਇਹ ਕਵੇ ਵੀ ਮੇਰੀ ਮਾਂ ਇਹਨਾਂ ਤੋਂ ਡਿਪਰੈਸ਼ਨ, ਇਹਨਾਂ ਦੇ ਕੇਸਾਂ ਤੋਂ, ਇਹਨਾਂ ਦੇ ਅਦਾਲਤਾਂ ਤੋਂ, ਇਹਨਾਂ ਦੀਆਂ ਅਰਜ਼ੀਆਂ ਤੋਂ ਤੰਗ ਹੋ ਕੇ ਉਹ ਡਿਪਰੈਸ਼ਨ 'ਚ ਆ ਕੇ ਦੁਨੀਆ ਤੋਂ ਚਲੇ ਗਈ, ਕੀ ਉਹ ਪੁੱਤ ਇਸ ਅਰਜ਼ੀ ਤੇ ਵੀ ਸਾਈਨ ਕਰ ਦੋ? ਕੀ ਉਹ ਪੁੱਤ 버ਗਰ ਖਿਲਾ ਸਕਦਾ? ਜੇ ਤਾਂ ਇਹ ਕੋਈ ਇਮਾਨਦਾਰ ਪੁੱਤ ਹੋਊਗਾ ਫੇਰ ਤਾਂ ਇਹਨੇ ਨਹੀਂ ਖਿਲਾਏ ਹੋਣਗੇ। ਜੇ ਬੇਈਮਾਨ ਪੁੱਤ ਹੋਊਗਾ, ਜੇ ਮਾਂ ਦੀ ਮੌਤ ਹੀ ਇਹ ਚਾਹੁੰਦਾ ਹੋਊਗਾ ਜਾਂ ਇਹ ਮਾਂ ਦੀ ਮੌਤ ਨੂੰ ਚੰਗਾ ਸਮਝਦਾ ਹੋਊਗਾ, ਇਹਨੇ ਮੈਨੂੰ 버ਗਰ ਖਿਲਾਏ ਹੋਣਗੇ। ਨੇ ਤੁਸੀਂ ਖਾਦੇ ਜਾਂ ਨਹੀਂ ਖਾਦੇ? ਮੈਂ ਕਿਉਂ ਜਵਾਬ ਦੇਵਾਂ? ਇਹਨੇ ਮਾਂ ਦੇ ਮਰੇ ਤੋਂ ਬਾਅਦ ਜਿਹੜਾ ਇਲਜ਼ਾਮ ਮਾਂ ਦਾ ਸਾਡੇ ਤੇ ਲਾਉਂਦਾ, ਕੀ ਇਹਨੇ ਉਸ ਮਾਂ ਤੇ ਦੇਣਾ ਹੀ ਪਏਗਾ ਨਾ ਤੁਹਾਨੂੰ। ਮੈਂ ਕਲੀਅਰ ਕਰ ਦੇਣਾ, ਖਾਦੇ ਨਹੀਂ ਖਾਦੇ ਭਾਜੀ, ਨਹੀਂ ਖਾਦੇ ਨਾ, ਇਦਾਂ ਨਾ ਤੁਸੀਂ ਇਹ ਗੱਲ ਕਰੋ, ਜਵਾਬ ਨਹੀਂ ਦੇਣੇ ਚਾਹੁੰਦੇ ਫਿਰ ਤਾਂ ਤੁਸੀਂ ਖਾਦੇ ਆ। ਮੈਂ ਕਹਿੰਦਾ ਜੀ ਮੈਂ ਨਹੀਂ ਖਾਦੇ ਜੀ, ਪਹਿਲੀ ਤਾਂ ਗੱਲ ਜਵਾਬ ਤੁਹਾਡਾ, ਮੈਂ ਨਹੀਂ ਖਾਦੇ। ਬੜੇ ਭਾਜੀ ਬੇਨਤੀ ਕਰਦੇ ਮੇਰੀ ਸੁਣਿਓ,
ਅੱਜ ਜਿੱਦਾਂ ਮੈਨੂੰ ਤੁਸੀਂ ਕੁਐਸਚਨਿੰਗ ਕੀਤੀ ਆ ਵੀ ਤੁਹਾਡੀ ਸਰਕਾਰ ਸੀ, ਬਾਅਦ 'ਚ ਤੁਸੀਂ ਅੱਜ ਇਹਦਾ ਕੇਸ ਚੱਲਿਆ, ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੇ ਆ ਵੀ ਅਸੀਂ ਕੋਈ ਵਕੀਲ ਨਹੀਂ ਕੀਤਾ। ਮੈਂ ਕਹਿੰਦਾ ਵੀ ਰਿਹਾ ਵੀ ਤੁਹਾਨੂੰ ਯਾਰ ਇਦਾਂ ਨਹੀਂ ਕਰੀਦਾ ਹੁੰਦਾ ਵੀ ਤੈਨੂੰ ਵਕੀਲ ਕਰਨਾ। ਇਹ ਕਹਿੰਦਾ ਮੈਂ ਮਹਾਰਾਜ ਦੇ ਉੱਤੇ ਡੋਰੀ ਸਿੱਟੀ ਆ, ਠੀਕ ਆ। 5 ਸਾਲ 4 ਸਾਲ ਜਾਂ 3 ਸਾਲ ਜਿੰਨੇ ਵੀ 2-3 ਸਾਲ 4 ਸਾਲ ਕੇਸ ਚੱਲਿਆ, ਠੀਕ ਆ ਜੀ। ਉਦੋਂ ਇਹਨੇ ਕਿਉਂ ਨਹੀਂ ਕਿਹਾ? ਲੜਾਈ ਹੋਈ ਆ, ਇੰਨਾ ਕੁਛ ਹੋਇਆ, ਇੰਨਾ ਕੁਛ ਕਰਦਾ ਰਿਹਾ, ਇਹਨੇ ਕਿਉਂ ਨਹੀਂ ਕਿਹਾ ਵੀ ਇਹਨੇ ਵਰਕ ਕਰਦਾ? ਇਹਨੇ ਅੱਜੇ ਕਿਉਂ ਕਿਹਾ? ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣੀ ਚਾਹੁੰਦਾ ਜੀ, ਜਿੱਦਣ ਮੈਂ ਉੱਥੇ ਭੁੱਖ ਹੜਤਾਲ ਰੱਖੀ ਸਮੂਹ ਪੱਤਰਕਾਰ ਭਾਈਚਾਰੇ ਨੇ, ਉਦੋਂ ਵੀ ਸਾਡਾ ਬੜਾ ਆਪਣੇ ਤੌਰ ਤੇ ਸਾਡਾ ਵੀ ਪੱਖ ਰੱਖਿਆ, ਦੋਨਾਂ ਪਾਰਟੀਆਂ ਦਾ ਪੱਖ ਰੱਖਿਆ। ਮਾਣਯੋਗ ਪ੍ਰਸ਼ਾਸਨ ਵੱਲੋਂ 4 ਪੁਲਿਸ ਮੁਲਾਜ਼ਮ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤਾਈਂ, ਰਾਤ ਦੇ 8 ਵਜੇ ਤੋਂ ਸਵੇਰੇ 8 ਵਜੇ ਤਾਈਂ ਅਲੱਗ 4 ਮੁਲਾਜ਼ਮ ਸਾਡੇ ਕੋਲ ਲੱਗੇ ਹੁੰਦੇ ਸੀ। ਵਾਸ਼ਰੂਮ ਜਾਂਦੇ ਸੀ, ਕੁਛ ਉੱਥੇ ਆਉਂਦਾ ਜਾਂਦਾ ਸੀ, CID ਉੱਥੇ ਮੌਕੇ ਦੇ ਉੱਤੇ ਸੀ। ਜੇ ਇਹ ਇਸ ਗੱਲ ਦਾ ਮੇਰੇ ਤੇ ਲਾਂਛਨ ਲਾਉਂਦਾ ਨਾ, ਮੇਰੇ ਹਿਸਾਬ ਦੇ ਨਾਲ ਉੱਥੇ ਮੌਕੇ ਦੇ ਪ੍ਰਸ਼ਾਸਨ ਦੇ ਉੱਤੇ ਵੀ ਲਾਂਛਨ ਲਾਉਂਦਾ ਜਿਨ੍ਹਾਂ ਨੇ ਸਾਡੀ ਉਹ ਰੱਖਿਆ। ਨਵੇਂ ਮੈਟਰ ਦੀ ਗੱਲ ਕਰੋ ਤੁਸੀਂ। ਨਵਾਂ ਮੈਟਰ ਇਹੀ ਆ ਜੀ, ਨਵਾਂ ਮੈਟਰ ਇਹੀ ਆ। ਇਹ ਮੈਨੂੰ ਕਹਿੰਦਾ ਜੀ, ਮੈਂ ਇੱਕ ਮਿੰਟ ਗੱਲ ਕਰ, ਇਹ ਕਹਿੰਦਾ ਮਾਣਹਾਨੀ ਦਾ ਦਾਵਾ ਅਸੀਂ ਵੀ ਕਰਾਂਗੇ। ਬਹੁਤ ਕੁਛ ਇਹਨੇ ਇੱਧਰ ਦੇਖੋ ਸਾਨੂੰ ਕਿਹਾ। ਇਹਨੇ ਇਹ ਗੱਲ ਕਹੀ ਵੀ ਇਹ ਬੰਦਾ ਵੀਡੀਓ ਬਣਾ ਕੇ ਬਲੈਕਮੇਲ ਕਰਦਾ। ਅੱਜ ਤੱਕ ਕਿਹਨੇ ਮੇਰੇ ਖਿਲਾਫ ਬਲੈਕਮੇਲ ਦੀ ਇੱਧਰ ਦੇਖੋ ਜੀ ਅਰਜ਼ੀ ਦਿੱਤੀ। ਇਹਨੇ ਮੈਨੂੰ ਕਿਹਾ ਵੀ ਇਹਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਇਸ ਬੰਦੇ ਨੂੰ ਭੁੱਖ ਹੜਤਾਲ ਰੱਖਣ ਨੂੰ ਦਿੱਤੀ ਜਾਵੇ। ਇਹਦਾ ਸਰੀਰ ਬੜਾ ਹੈਵੀ ਆ, ਜੇ ਭੁੱਖ ਹੜਤਾਲ ਰੱਖ ਲਓ ਥੋੜਾ ਜਿਹਾ ਇਹਦੀ ਸਿਹਤ ਸੈੱਟ ਹੋ ਜਾਊ। ਇਹਨੇ ਮੇਰੇ ਸਰੀਰ ਤੇ ਆਪੱਤੀ ਕੀਤੀ। ਅਸੀਂ ਵੀ ਮਾਣਹਾਨੀ ਕਰਾਂਗੇ, ਤਿਆਰ ਰਵੇ। ਮਾਣਹਾਨੀ ਕੀ ਹੁੰਦੀ ਆ ਉਹ ਦੱਸਾਂਗੇ। ਭੁੱਖ ਹੜਤਾਲ ਦਾ ਰੱਖਣਾ ਸਹੀ ਲਾਡੀ ਜੀ, ਮਤਲਬ ਤਰੀਕੇ ਨਾਲ ਮੈਂ ਇੱਕ ਗੱਲ ਸਾਨੂੰ ਸਮਝਾਉਣ ਲੱਗਾ। ਮੇਰੇ ਨਾਲ ਕੁਝ ਹਿੰਦੂ ਵੀਰ ਵੀ ਸੀ, ਮੇਰੇ ਨਾਲ ਕਈ ਸਿੱਖ ਵੀਰ ਵੀ ਸੀ। ਅਸੀਂ ਸਭ ਤੋਂ ਪਹਿਲਾਂ ਗੁਰਦੁਆਰਾ ਸਰਵ ਸੰਗਤ ਗਏ ਸਤਨਾਮਪੁਰਾ, ਉੱਥੇ ਜਾ ਕੇ ਅਰਦਾਸ ਕੀਤੀ, ਦੇਗ ਪ੍ਰਸ਼ਾਦ ਛਕਿਆ। ਸੀਤਲਾ ਮਾਤਾ ਮੰਦਿਰ ਗਏ, ਉੱਥੇ ਜਾ ਕੇ ਅਸੀਂ ਮਹਾਮਾਈ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਪ੍ਰਸ਼ਾਦ ਛਕਿਆ ਔਰ ਇਹ ਅਰਦਾਸ ਕੀਤੀ ਕਿ ਪਰਮਾਤਮਾ ਅਸੀਂ ਅੱਜ ਇਨਕਲਾਬੀ ਸੋਚ ਨਾਲ ਇਹ ਸਵੱਛਤਾ ਦੀ ਲੜਾਈ ਲੜਨ ਜਾ ਰਹੇ ਹਾਂ। ਉਹਨੇ ਦਿਨਾਂ ਦਾ ਨਵਾਲਾ ਸਾਡੇ ਮੂੰਹ ਵਿੱਚ ਪਵੇ ਜਿੰਨੇ ਦਿਨਾਂ ਦਾ ਸਾਨੂੰ ਹੱਕ ਨਹੀਂ ਮਿਲਦਾ। ਜੇ ਅੱਜ ਮੇਰੇ ਤੇ ਉਂਗਲ ਉਠਾਉਂਦਾ ਠੀਕ ਆ, ਮੈਂ ਕਿਸੇ ਚੀਜ਼ ਨੂੰ ਸਾਬਤ ਨਹੀਂ ਕਰ ਸਕਦਾ, ਮੈਂ ਕੋਈ ਬ੍ਰਹਮ ਗਿਆਨੀ ਨਹੀਂ, ਲੇਕਿਨ ਇਹਦਾ ਜਵਾਬ ਆਉਣ ਵਾਲੇ ਦਿਨਾਂ 'ਚ ਇਹਨੂੰ ਪਰਮਾਤਮਾ ਦਊਗਾ। ਇਹਨੇ ਮੇਰੇ ਤੇ ਉਂਗਲ ਨਹੀਂ ਉਠਾਈ, ਇਹਨੇ ਉਸ ਪਰਮਾਤਮਾ ਦੇ ਦਰ ਦੇ ਦੇਗ ਪ੍ਰਸ਼ਾਦ ਤੇ ਜਾਂ ਉਸ ਮਹਾਮਾਈ ਦੇ ਦਰ ਦੇ ਦਿੱਤੇ ਹੋਏ ਪ੍ਰਸ਼ਾਦ ਦੇ ਉੱਤੇ ਇਹਨੇ ਉਂਗਲ ਉਠਾਈ ਆ। ਅੱਜ ਤੱਕ ਜਿਹੜਾ ਇਹ ਪਰਿਵਾਰ ਲੱਖਾਂ ਕਰੋੜਾਂ ਦੀ ਜਾਇਦਾਦ ਹੁੰਦੇ ਹੋਏ ਜੇ ਅੱਜ ਇਹਨੇ ਇਹ ਮੈਂ ਕਹਿੰਦਾ ਭੰਬੜ ਭੂਸਿਆ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ, ਪਏ ਆ ਕੋਟਾਂ ਕਚਹਿਰੀਆਂ 'ਚ ਪਏ ਸਭ ਕੁਝ, ਇਹ ਨਤੀਜਾ ਇਹਨਾਂ ਗੱਲਾਂ ਦਾ। ਜੇ ਸਭ ਕੁਝ ਹੁੰਦੇ ਹੋਏ ਸਾਡਾ ਢਿੱਡ ਹੀ ਨਹੀਂ ਪੂਰਾ ਹੁੰਦਾ ਤੇ ਅਸੀਂ ਕਿੱਥੇ ਖੜੇ? ਜਿਹੜੀ ਤੁਸੀਂ ਕੰਪਲੇਂਟ ਕੀਤੀ SP ਦੇ, ਉਹਦੇ ਨਾਲ CCTV ਫੁਟੇਜ ਦਿੱਤੀਆਂ ਸੀਗੀਆਂ ਭਾਜੀ? ਕਿਹੜੀ CCTV? ਆ ਜਿਹੜੀ ਆ ਉੱਥੇ CCTV ਫੁਟੇਜ ਹੈ ਨਹੀਂ ਜੀ, ਉੱਥੇ ਹੈ ਨਹੀਂ ਸੀ। ਜੇ ਤੁਹਾਡੇ ਕੋਲ ਹੈਗੀ ਮੈਂ ਤੁਹਾਨੂੰ ਵਾਕਿਆ ਦੱਸ ਦਿੰਦਾ। ਇਦਾਂ ਹੀ ਆਪਾਂ ਪ੍ਰੈਸ ਮੀਡੀਆ ਚੱਲਦੇ, ਮੌਕਾ ਦੇਖੋ, ਮੌਕਾ ਦੇਖੋ। ਉੱਥੇ ਇਹਨੇ ਇੱਕ ਗੱਲ ਹੋਰ ਜੀ, ਕੀ ਸਟੇਟਸ ਕੀ ਆ ਉਹਦਾ? ਪਾਸੀ ਸਾਹਿਬ ਮੈਂ ਇੱਕ ਗੱਲ ਹੋਰ, ਕੰਪਲੇਂਟ ਦਾ ਸਟੇਟਸ ਕੀ ਆ ਮੈਨੂੰ ਨਹੀਂ ਪਤਾ ਜੀ। ਅਸੀਂ ਇੱਧਰ ਦੇਖੋ, ਅਸੀਂ ਐਪਲੀਕੇਸ਼ਨ ਦਿੱਤੀ ਆ, ਅੱਜ ਤੱਕ ਆ ਪੋਲਿਊਸ਼ਨ ਦੀ ਲੜਾਈ ਲੜੀ ਆ। ਇਸ ਬੰਦੇ ਨੇ ਕਿਹਾ ਵੀ ਤੁਸੀਂ ਉਹਦੇ ਨਾਲ ਕੀ ਕੀਤਾ, ਮਤਲਬ ਛੜਿਆੰਤਰ ਰਚਿਆ। ਇਹਦਾ ਮਤਲਬ ਜੇ ਮੈਂ ਛੜਿਆੰਤਰ ਰਚਿਆ ਸੀ, ਜਿੰਨੇ ਮਾਨਯੋਗ ਜੱਜਾਂ ਨੇ ਉਹਨਾਂ ਦੇ ਉੱਤੇ ਮੋਹਰਾਂ ਲਾਈਆਂ, ਉਹਨਾਂ ਨੇ ਮੇਰੇ ਛੜਿਆੰਤਰ ਨੂੰ ਸਜਦਾ ਕੀਤਾ। ਇਹ ਅੱਜ ਇਹਨੇ ਮੇਰੇ ਤੇ ਨਹੀਂ ਉਂਗਲ ਉਠਾਈ, ਇਹਨੇ ਅੱਜ ਉਸ ਸੰਵਿਧਾਨ ਦੇ ਉਸ ਕਾਨੂੰਨ ਦੀ ਇੱਜ਼ਤ ਤੇ ਉਂਗਲ ਉਠਾਈ ਆ। ਇਹਨੂੰ ਦੱਸਾਂਗੇ ਮਾਣਹਾਨੀ ਹੁੰਦੀ ਕੀ ਆ, ਤਿਆਰ ਰਵੇ। ਹਰ ਇੱਕ ਬੰਦਾ ਸਭ ਕੁਝ ਕਰ ਸਕਦਾ, ਪਰ ਲੇਕਿਨ ਬੰਦੇ ਨੂੰ ਕਰਨਾ ਉਨਾ ਚਾਹੀਦਾ ਵੀ ਜਿਹੜਾ ਬੰਦੇ ਦਾ ਮੂੰਹ ਖਾਵੇ ਅੱਖਾਂ ਨਾ ਸ਼ਰਮਾਉਣ। ਇਹ ਬੰਦਾ ਲੋਕਾਂ ਨੂੰ ਜਾ ਕੇ ਕਹਿੰਦਾ ਇਹ ਐ ਹੋ ਗਿਆ ਜੀ, ਮੈਨੂੰ ਬਚਾ ਲਓ ਜੀ, ਮੈਨੂੰ ਫਲਾਨਾ ਜੀ। ਇਹਨੇ ਕੱਲ ਜਿੱਦਾਂ ਪ੍ਰਿਤਪਾਲ ਮੰਗਾ ਭਾਜੀ ਨੇ ਦੱਸਿਆ ਵੀ ਇਹਨੇ ਅਕਾਲੀ ਦਲ ਦੇ ਉੱਤੇ ਉਂਗਲ ਉਠਾਈ, ਇਹਨੇ ਕਾਂਗਰਸ ਪਾਰਟੀ ਤੇ ਵੀ ਉਂਗਲ ਉਠਾਈ। ਆਉਣ ਵਾਲੇ ਦਿਨਾਂ ਵਿੱਚ ਮੈਂ ਇਹ ਵੀ ਸਿੱਧ ਕਰੂੰਗਾ ਵੀ ਜਿਹੜੇ ਵਿਹੜੇ ਦੇ ਵਿੱਚ ਜਾ ਕੇ ਤੂੰ ਆਪਣੀ ਸਾਰੀ ਦਿਹਾੜੀ ਚੌਂਕੀ ਤੇਰਾ ਬਾਪ ਭਰਦਾ ਸੀ ਤੇ ਕਿਹਦੇ ਤੂੰ ਫੋਨ ਕਰਾ ਕੇ ਕਿੱਥੇ ਮੈਨੂੰ ਸੱਦਦਾ ਸੀ, ਕੀ ਕਹਿੰਦਾ ਸੀ, ਇਹ ਤੈਨੂੰ ਆਉਣ ਵਾਲੇ ਸਮੇਂ ਵਿੱਚ ਇਹ ਵੀ ਪ੍ਰਤੱਖ ਰੂਪ ਵਿੱਚ ਸਿਖਾਵਾਂਗੇ। ਔਰ ਇੱਕ ਮੈਂ ਹੋਰ ਬੇਨਤੀ ਕਰਦਾ, ਦੇਖੋ ਲੜਾਈ ਝਗੜੇ ਇੱਕ ਅਲੱਗ ਚੀਜ਼ ਆ, ਸਾਰੇ ਪਾਰਟੀਆਂ ਦਾ ਸਤਿਕਾਰ ਆ, ਚਾਹੇ ਅਕਾਲੀ ਦਲ, BJP, ਕਾਂਗਰਸ, ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਜਿਹੜੀ ਮਰਜ਼ੀ ਹੋਵੇ, ਇੱਜ਼ਤ ਸਾਰਿਆਂ ਦੀ ਆ। ਪਰ ਲੇਕਿਨ ਜਿਹੜਾ ਬੰਦਾ ਕਿਸੇ ਪਾਰਟੀ ਦਾ ਮਖੌਟਾ ਪਾ ਕੇ ਗਲਤ ਗੱਲ ਕਰਦਾ, ਉਹਦੇ ਨਾਲ ਦਾ ਮੈਂ ਕਹਿੰਦਾ ਬੇਗੈਰਤ ਬੰਦਾ ਕੋਈ ਨਹੀਂ। ਫਿਰ ਮੈਂ ਅੰਤ ਵਿੱਚ ਆਪਣੀ ਪ੍ਰੈਸ ਵਾਰਤਾ ਇੱਥੇ ਖਤਮ ਕਰਦਾ। 2015 ਦੇ ਵਿੱਚ ਇਹਦੇ ਮਦਰ ਪੂਰੇ ਹੋਏ ਤੇ ਇਹ ਸਾਨੂੰ ਅੱਜ 2022 ਵਿੱਚ ਇਹ ਇਲਜ਼ਾਮ ਲਾਉਣ ਡਿਆ ਵੀ ਇਹਨਾਂ ਦੇ ਕਰਕੇ ਮਦਰ ਪੂਰੇ ਹੋਏ। ਜੇ ਤੇਰੇ 2015 ਵਿੱਚ ਤੇਰੇ ਮਦਰ ਸਾਡੇ ਡਿਪਰੈਸ਼ਨ ਕਰਕੇ ਪੂਰੇ ਹੋਏ ਸੀ ਤਾਂ ਤੂੰ 버ਗਰ ਕਿਹੜੇ ਮੂੰਹ ਨਾਲ ਖਿਲਾਉਣਾ? ਹਜੂਰਾ ਸਿੰਘ, ਮਹੱਲਾ ਵਾਸੀ, ਮਹੱਲਾ ਸਤਨਾਮਪੁਰਾ, ਫਗਵਾੜਾ। ਇਹਨਾਂ ਨੇ ਬਹੁਤ ਬੇਤੁਕੇ ਜਿਹੇ ਮੇਰੇ ਉੱਪਰ ਇਲਜ਼ਾਮ ਲਗਾਏ ਆ, ਜਿਹਦੇ ਵਿੱਚ ਇਹ ਇੱਕ ਇਲਜ਼ਾਮ ਇਹਨੇ ਪਹਿਲਾਂ ਲਾਇਆ ਵੀ ਮੈਨੂੰ ਜੀਣ ਨਹੀਂ ਦੇ ਰਹੇ, ਵੀ ਮੇਰੇ ਉੱਤੇ ਸਾਡੇ ਤੇ ਝੂਠੀਆਂ ਦਰਖਾਸਤਾਂ ਦੇ ਰਹੇ। ਇਹ ਮੈਂ ਇੱਕ ਲੈ ਕੇ ਆਇਆ ਜੀ ਦਰਖਾਸਤ, ਹਜੂਰਾ ਸਿੰਘ ਨੇ ਦਿੱਤੀ ਹੈ ਜੀ ਮਾਨਵ ਵੈਲਫੇਅਰ ਸੁਸਾਇਟੀ ਦੇ ਖਿਲਾਫ। ਇਹ ਦਿੱਤੀ ਹੈ ਜੀ 8/7/2014 ਨੂੰ SSP ਸਾਹਿਬ ਦੇ ਡਾਕ ਰਾਹੀਂ ਗਈ ਹੈ ਜੀ ਇਹ ਦਰਖਾਸਤ, ਮੈਂ ਲੈ ਕੇ ਆਇਆ ਨਾਲ। ਇਹਦੇ ਵਿੱਚ ਪੁਲਿਸ ਦੀ ਰਿਪੋਰਟ ਹੈ ਜੀ ਵੀ ਇਹ ਬੰਦਾ ਝੂਠਾ ਹੈ ਜੀ।
ਇਹ ਤੁਸੀਂ ਮੇਰੇ ਕੋਲ ਕਾਪੀ ਲੈ ਸਕਦੇ ਆ ਜੀ। ਇਹ ਬੰਦਾ ਝੂਠਾ ਆ, ਇਹ ਨਾ ਪੁਲਿਸ ਨੂੰ ਕੋਆਪਰੇਟ ਕਰ ਰਿਹਾ, ਨਾ ਇਹ ਮਿਊਨਿਸਪਲ ਕਾਰਪੋਰੇਸ਼ਨ ਨੂੰ। ਇਹ 2015 ਦੇ ਵਿੱਚ ਇਲੈਕਸ਼ਨ ਲੜੀ ਆ, ਉਦੋਂ ਅਸੀਂ ਮੇਰੀ ਮਿਸਿਸ ਕੌਂਸਲਰ ਬਣੀ, ਉਦੋਂ ਪਹਿਲੀਆਂ ਗੱਲਾਂ ਜੀ। ਉਸ ਤੋਂ ਬਾਅਦ ਜੀ ਇਹਨੇ ਕਿਹਾ ਵੀ ਸਾਡੇ ਤੇ ਪਰਚੇ ਦਰਜ ਕਰਾ ਰਹੇ ਆ ਜੀ, ਰਲ ਕੇ ਇੱਦਾਂ ਕਰ ਰਹੇ ਉੱਦਾਂ ਕਰ ਰਹੇ ਜੀ। ਇੱਕ ਬੇਨਤੀ ਕਰਾਂ ਜੀ, ਬਲਜੀਤ ਸਿੰਘ ਔਰ ਬੱਲੀ ਦੇ ਉੱਪਰ ਇੱਕ ਪਰਚਾ ਦਰਜ ਹੋਇਆ ਸੀ ਕਾਰਪੋਰੇਸ਼ਨ ਵੱਲੋਂ, ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ। ਉਹ ਪਰਚਾ ਦਰਜ ਹੋਇਆ ਇਹ ਸਰਕਾਰੀ ਕੰਮ 'ਚ ਵਿਘਨ ਪਾਉਣ ਬਾਰੇ ਜਾਂ ਕਬਜ਼ਾ ਕਰਾਉਣ ਬਾਰੇ। ਮੈਂ ਉਹਦੀ ਗਹਿਰਾਈ ਤੱਕ ਨਹੀਂ ਗਿਆ, ਮੈਨੂੰ ਉਹਦੇ ਬਾਰੇ ਨਹੀਂ ਪਤਾ, ਪਰ ਇੰਨਾ ਜ਼ਰੂਰ ਪਤਾ ਆ ਉਸ ਤੋਂ ਬਾਅਦ ਮਾਨਵ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਵੀ ਉੱਥੇ ਰਸਤੇ ਦੇ ਵਿੱਚ ਕੁਛ ਇੱਟਾਂ ਪਈਆਂ ਆ ਵੀ ਉਹਨਾਂ ਨੂੰ ਚੁਕਵਾਇਆ ਜਾਵੇ। ਜਦੋਂ ਇੱਟਾਂ ਚੁਕਾਉਣ ਵਾਸਤੇ ਸਰਕਾਰੀ ਅਮਲਾ ਗਿਆ ਤੇ ਉਤੋਂ ਵੀ ਉਹਨਾਂ ਦੀ ਵਿਰੋਧਤਾ ਕੀਤੀ, ਕੰਮ 'ਚ ਰੁਕਾਵਟ ਪਾਈ ਗਈ। ਤੇ ਆਹ ਜੇਈ ਸਾਹਿਬ ਦੀ ਰਿਪੋਰਟ ਹੈ ਜੀ, ਤੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਕਮਿਸ਼ਨਰ ਸਾਹਿਬ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖਿਆ ਵੀ ਬਲਜੀਤ ਸਿੰਘ ਬੱਲੀ ਉਰਫ ਹਜੂਰਾ ਸਿੰਘ ਸਨ ਆਫ ਇਹਦੇ ਅਮਰ ਸਿੰਘ ਤੇ ਇਹਦੀ ਪਤਨੀ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਇਹ ਮੈਂ ਨਹੀਂ ਕਹਿ ਰਿਹਾ, ਕਾਰਪੋਰੇਸ਼ਨ ਕਹਿ ਰਹੀ ਹੈ। ਅਸੀਂ ਇਹ ਨਹੀਂ ਹੋਣ ਦਿੱਤਾ। ਰਿਕੁਐਸਟ ਕੀਤੀ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਜਾ ਕੇ ਵੀ ਨਹੀਂ ਮਹੱਲੇਦਾਰੀ ਆ, ਵੀ ਅਸੀਂ ਇਹ ਕਿਸੇ ਦੀ ਧੀ ਭੈਣ ਦੇ ਤੇ ਅਸੀਂ ਨਹੀਂ ਚਾਹੁੰਦੇ, ਅਸੀਂ ਰੋਕਿਆ ਪਰਚਾ, ਹੁਣ ਉਹ ਕਰਨ ਨਹੀਂ ਦਿੱਤਾ। ਉਹ ਹੈ ਤੀਸਰਾ, ਇਹਨੇ ਇੱਕ ਮੇਰੇ ਉੱਤੇ ਇੱਕ ਐਲੀਗੇਸ਼ਨ ਲਾਇਆ ਜੀ ਵੀ ਇਹਨਾਂ ਨੇ ਨਿਸ਼ਾਨਦੇਹੀ ਰਲ ਕੇ ਕਰਵਾਈ ਹੈ MC ਬਣਨ ਤੋਂ ਬਾਅਦ। ਆਹ ਨਿਸ਼ਾਨਦੇਹੀ ਕਾਰਪੋਰੇਸ਼ਨ ਵੱਲੋਂ ਕਰਵਾਈ ਗਈ ਹੈ ਜੀ। ਇਹ ਕਰਵਾਈ ਗਈ ਹੈ ਜੀ 9/7/2014 ਨੂੰ, ਜਿਹਦੇ ਵਿੱਚ ਇਹ ਪਾਇਆ ਗਿਆ ਵੀ ਹਜੂਰਾ ਸਿੰਘ ਨੇ ਕਬਜ਼ਾ ਕੁਛ 8-10 ਬੰਦਿਆਂ ਨੂੰ ਨੋਟਿਸ ਗਏ ਆ ਜੀ ਵੀ ਜਿਹੜੇ ਉੱਥੇ ਕਬਜ਼ਾ ਕਰ ਰਹੀ ਆ। ਉਹਦੇ ਵਿੱਚ ਇੱਕ 1502 ਨੰਬਰ 22/7/2014 ਨੂੰ ਉਹਨਾਂ ਨੂੰ ਨੋਟਿਸ ਗਿਆ ਵੀ ਤੁਸੀਂ ਇਹ ਕਬਜ਼ਾ ਕੀਤਾ ਹੋਇਆ, ਵੀ ਆਪਣੀ ਰਜਿਸਟਰੀ ਲੈ ਕੇ ਜਾ ਜਾਓ, ਆਪਣੇ ਕਾਗਜ਼ ਪੱਤਰ ਲੈ ਕੇ ਪਹੁੰਚੋ। ਇਹਦਾ ਕਾਰਪੋਰੇਸ਼ਨ ਨੇ ਅੱਜ ਤੱਕ ਕੁਝ ਨਹੀਂ ਕੀਤਾ। ਇਹ ਉਹ ਆ ਜੀ ਜਿਹੜੀ ਨਿਸ਼ਾਨਦੇਹੀ ਦਾ ਇਹ ਇਲਜ਼ਾਮ ਲਾ ਰਿਹਾ ਜੀ ਸਾਡੇ ਉੱਤੇ। ਇਹ ਨਿਸ਼ਾਨਦੇਹੀ ਅਸੀਂ ਨਹੀਂ ਕਰਵਾਈ, ਮੈਂ ਨਹੀਂ ਕਰਵਾਈ, ਇਹ ਮਾਨਯੋਗ ਕਮਿਸ਼ਨਰ ਸਾਹਿਬ ਨੇ ਕਰਾਈ, ਤਹਿਸੀਲਦਾਰ ਸਾਹਿਬ ਦੀ ਰਿਪੋਰਟ ਲੱਗੀ ਹੈ ਜੀ ਨਾਲ। ਉਸ ਤੋਂ ਬਾਅਦ ਮਾਨਵ ਵੈਲਫੇਅਰ ਸੁਸਾਇਟੀ, ਆ ਸਾਡੀ ਪ੍ਰੋਸੀਡਿੰਗ ਦੀ ਕਾਪੀ ਆ ਜੀ। ਮਾਨਵ ਵੈਲਫੇਅਰ ਸੁਸਾਇਟੀ ਜਿਹੜੀ ਆ ਉਹ ਮਿਊਨਿਸਪਲ ਪਾਰਕ ਰੌਲਾ ਵਾਲਾ ਖੂਹ ਮੁਹੱਲਾ ਸਤਨਾਮਪੁਰਾ ਦੀ ਕੇਅਰ ਟੇਕਰ ਆ ਜੀ। ਜਿਹੜੀ ਖਾਲੀ ਜਗ੍ਹਾ ਸੀ ਉੱਤੇ ਅਸੀਂ ਪਾਰਕ ਬਣਾਤਾ, ਸਰਕਾਰ ਦੀ ਸੀ, ਸਰਕਾਰ ਨੇ ਆਪਣੀ ਜਗ੍ਹਾ ਤੇ ਆਪਣਾ ਪਾਰਕ ਬਣਾਤਾ। ਜਿਹੜਾ ਕਬਜ਼ਾ ਹੈਗਾ ਦੋ ਤਰ੍ਹਾਂ ਦੇ ਹੈ, ਇੱਕ ਕੰਧ ਹੋਈ ਆ, ਦੀਵਾਰ ਹੋਈ ਹੈ ਤੁਹਾਡੀ ਜਿੱਤੇ ਤੁਹਾਡਾ ਨੀਂਹ ਪੱਥਰ ਲੱਗਾ, ਹਾਂ, ਇੱਕ ਉਹਦੇ ਨਾਲ ਲਾਈਨ ਵੱਜੀ ਹੋਈ ਆ ਇੱਟਾਂ ਦੀ, ਨੀਜੇ ਹੀ ਬਣਾਈ ਹੋਈ ਆ ਉਹਨਾਂ। ਅੱਛਾ ਜੀ, ਹਾਂ ਜੀ, ਬਿਲਕੁਲ ਬਿਲਕੁਲ ਤੁਹਾਡਾ ਪਾਰਕ ਦਾ ਹੀ ਹੈ ਸਿਰਫ ਉਹਦਾ ਪਾਰਕ ਦਾ। ਔਰ ਸਾਡਾ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਗੱਲ ਕਬਜ਼ੇ ਦੀ ਆ, ਵੀ ਗੱਲ ਤਾਂ ਇਹ ਆ ਵੀ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ। ਕਬਜ਼ਾ ਤੁਹਾਡਾ 2 ਕਨਾਲ ਕੁੱਲ 2 ਕਨਾਲ 2 ਮਰਲੇ। ਹੁਣ ਤੁਸੀਂ ਮੰਗ ਕਰਦੇ 2 ਕਨਾਲ ਤੇ 2 ਮਰਲੇ ਜਿਹੜਾ ਖਾਲੀ ਕੀਤੇ ਜਾਣ। ਹਜੂਰਾ ਸਿੰਘ ਖਾਨ ਦਾ ਤੋਂ ਪ੍ਰਸ਼ਾਸਨ, ਮੈਂ ਉਹੀ ਦੱਸਦਾ, ਉਹ ਕੋ 5 ਮਰਲੇ ਖਾਲੀ ਹਜੂਰਾ ਸਿੰਘ ਦੀ ਮੰਗ ਕਰਦੇ ਹੋ, ਖਾਲੀ ਦਿੱਤੇ ਜਾਂ 2 ਕਨਾਲ 2 ਨਹੀਂ। ਮੈਂ ਹਜੂਰਾ ਸਿੰਘ ਦੀ ਦੇਖੋ, ਮੈਂ ਖਾਲੀ ਕਿਸੇ ਦੀ ਨਹੀਂ ਮੰਗ ਕਰਦਾ। ਮੈਂ ਤਾਂ ਜਿਹੜਾ ਕਹਿੰਦਾ ਖਾਲੀ ਆ ਉਹ ਉੱਤੇ ਜਿਹੜਾ ਪਾਰਕ ਦਾ ਹੁਣ ਉਜਾੜਾ ਕੀਤਾ ਸਰਕਾਰ ਦਾ, ਜਨਤਾ ਦਾ ਇੰਨਾ ਪੈਸਾ ਲੱਗਾ ਵੀ ਕਾਰਪੋਰੇਸ਼ਨ ਕਾਰਵਾਈ ਕਿਉਂ ਨਹੀਂ ਕਰਦੀ। ਨੰਬਰ 1 ਇਹ ਤੁਹਾਡਾ ਸਵਾਲ ਹੈ ਕਾਰਪੋਰੇਸ਼ਨ ਤੇ ਹੈ। ਯੈਸ, ਵੀ ਕਾਰਪੋਰੇਸ਼ਨ ਹਜੂਰਾ ਸਿੰਘ ਤੇ ਕਾਰਵਾਈ ਕਿਉਂ ਨਹੀਂ ਕਰਦੀ। ਦੂਸਰਾ, ਜਿਸ ਜਗ੍ਹਾ ਦੇ ਉੱਪਰ ਇੱਕ ਤਾਂ ਉਹ ਖਾਲੀ ਜਗ੍ਹਾ ਤੇ ਕਬਜ਼ਾ ਕਰਨਾ ਚਾਹ ਰਿਹਾ, ਅਸੀਂ ਨਹੀਂ ਕਰਨ ਦਿੰਦੇ। ਸੈਕੰਡਲੀ, ਜਿਹੜੀ ਜਗ੍ਹਾ ਦੇ ਉੱਪਰ ਉਹਨੇ ਕਬਜ਼ਾ ਕੀਤਾ ਆ ਉਹਦੇ ਉੱਤੇ ਉਹਨੇ ਕੁਆਟਰ ਬਣਾਏ ਹੋਆ, ਠੀਕ ਹੈ ਜੀ, ਉਹਨੇ ਕਿਰਾਏ ਤੇ ਦਿੱਤੇ ਹੋਆ। ਕਾਰਪੋਰੇਸ਼ਨ ਕਿਉਂ ਨਹੀਂ ਕਾਰਵਾਈ ਕਰਦੀ? ਕਿੰਨੀ ਜਗ੍ਹਾ ਹੈ? ਕਾਰਪੋਰੇਸ਼ਨ ਨੇ ਉੱਥੇ ਨਿਸ਼ਾਨ ਲਾਇਆ ਭਾਜੀ। ਤੁਸੀਂ ਉਹਦੇ ਲਈ ਕਾਰਪੋਰੇਸ਼ਨ ਕੋਈ ਲਿਖਤੀ ਸ਼ਿਕਾਇਤ ਦਿੰਦੇ ਆ, ਦੇਖੋ ਮਾਨਵ ਵੈਲਫੇਅਰ ਸੁਸਾਇਟੀ ਅੱਜ ਤੋਂ ਨਹੀਂ, ਪਿਛਲੇ 30 ਸਾਲ ਤੋਂ ਦੇ ਰਹੇ ਆ ਜੀ, ਕੋਈ ਕਾਰਵਾਈ ਨਹੀਂ ਹੋ ਰਹੀ। ਤੁਹਾਨੂੰ ਕਿਹਾ ਜਿੱਦਾਂ ਤੁਸੀਂ ਸੱਤਾ 'ਚ ਸੀ, ਆਪਣੀ ਸਰਕਾਰ ਆਈ ਸੀ, ਹਾਂਜੀ, 30 ਸਾਲ ਦਾ ਹਾਂਜੀ। 5 ਸਾਲ ਪਹਿਲੇ ਸੀ। ਉਹ ਵੀ ਸੁਣ ਲਓ ਸਰ। ਉਹਦੇ ਵਿੱਚ ਇਦਾਂ ਸੀ, ਜਿਹੜੀ ਖਾਲੀ ਜਗ੍ਹਾ ਸੀਗੀ, ਖਾਲੀ ਜਗ੍ਹਾ ਦੇ ਉੱਪਰ ਆਪਾਂ ਪਾਰਕ ਬਣਾਤਾ। ਮੈਂ ਉਸ ਤੋਂ ਬਾਅਦ ਬਲਜੀਤ ਸਿੰਘ ਬੱਲੀ ਦੇ ਉੱਪਰ ਮਾਨਯੋਗ ਕਮਿਸ਼ਨਰ ਸਾਹਿਬ ਨੇ ਪਰਚਾ ਦਰਜ ਕਰਾਇਆ। ਮੈਨੂੰ ਨਹੀਂ ਪਤਾ, ਮੈਂ ਡਿਟੇਲ 'ਚ ਮੈਨੂੰ ਨਹੀਂ ਪਤਾ, ਕਿਉਂਕਿ ਉਹ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ ਕੀਤਾ ਜਾਂ ਉਹ ਆਪਣਾ ਕਬਜ਼ਾ ਕਰਨ ਦਾ ਹੀ ਕੀਤਾ, ਕਿਉਂਕਿ ਮੈਂ ਉਹਦੇ ਪਿੱਛੇ ਨਹੀਂ ਗਿਆ। ਅਸੀਂ ਕੋਈ ਵਕੀਲ ਨਹੀਂ ਕੀਤਾ, ਅਸੀਂ ਉਹ, ਮੈਂ ਕਿਹਾ ਨਹੀਂ ਯਾਰ, ਅਸੀਂ ਜਿਹੜੇ ਰਹਿੰਦੇ ਆ ਰਹੀ ਜਾਣ, ਅਸੀਂ ਕਿਸੇ ਕੋਲ ਕੁਝ ਨਹੀਂ ਲੈਣਾ। ਖਾਲੀ ਜਗ੍ਹਾ ਜਿਹੜੀ ਹੈ ਨਾ ਉਹ ਲੋਕਾਂ ਦੀ ਸਹੂਲਤ ਵਾਸਤੇ ਉਹ ਵਰਤੀ ਜਾਵੇ। ਸਾਡਾ ਮੇਨ ਇਹ ਸੀਗਾ। ਇਹ ਜਿਹੜੀ 2 ਕਨਾਲ 2 ਮਰਲੇ ਜਗ੍ਹਾ ਤੁਸੀਂ ਕਹਿੰਦੇ ਆ, ਹਾਂਜੀ,
ਇਹਦੇ ਵਿੱਚ ਜਿਹੜੇ ਹਜੂਰਾ ਸਿੰਘ ਇਹਨਾਂ ਕੋਲ ਕਿੰਨੀ ਜਗ੍ਹਾ ਆ? ਇਸ ਵੇਲੇ ਜਿਹੜਾ ਕਬਜ਼ਾ ਹੈ ਉਹ 5 ਮਰਲੇ 5 ਮਰਲੇ। ਜਿਹੜਾ ਕਬਜ਼ਾ ਕੀਤਾ ਜਿਹਦੇ ਉੱਤੇ ਬਣਾਇਆ ਆ ਡਬਲ ਸਟੋਰੀ। ਨਾਲੇ ਪਤਾ ਲੱਗਿਆ ਸੀ ਕਿ ਉਹਦੇ ਉੱਪਰ ਨਗਰ ਨਿਗਮ ਵੱਲੋਂ ਨੋਟਿਸ ਵੀ ਲਗਾਇਆ ਗਿਆ। ਕਿਹਦੇ ਉੱਪਰ? ਹਾਂਜੀ ਲੱਗੇ, ਉਹ ਲਾਇਓ ਸੀ ਨੋਟਿਸ। ਮੈਂ ਤਦ ਹੀ ਕਹਿੰਦਾ ਵੀ ਨਗਰ ਨਿਗਮ ਕਿਉਂ ਨਹੀਂ ਕਾਰਵਾਈ ਕਰਦਾ ਪਿਆ। ਜਦੋਂ ਤੁਹਾਡੀ ਸਰਕਾਰ ਰਹੀ ਹੈ ਉਸ ਵੇਲੇ ਕਿਉਂ ਨਹੀਂ ਕਾਰਵਾਈ? ਉਦੋਂ ਮੈਂ ਸਰ ਉਹ ਦੱਸ ਕੇ ਹਟਿਆ ਵੀ ਉਦੋਂ ਪਹਿਲੇ ਦੀ। 14 ਤੋਂ ਪਹਿਲੇ ਦੀ ਮੇਰੇ ਕੋਲ ਫਰਦ ਦੀ ਕਾਪੀ ਹੈਗੀ ਹੈ ਜੀ। 2014 ਸ਼ੁਰੂ ਤੋਂ ਹੀ ਇਹ ਜਿਹੜੀ ਜਗ੍ਹਾ ਸਟਾਰਟਿੰਗ ਤੇ ਹੈਗੀ ਹੈ, ਜਗ੍ਹਾ ਪਹਿਲੇ ਦੀ ਹੈ ਬਈ ਪਹਿਲਾਂ ਤੋਂ ਆ ਜੀ ਸਰਕਾਰੀ ਜਗ੍ਹਾ, ਸਰਕਾਰ ਦੇ ਖਾਤੇ ਨਗਰ ਪਾਲਿਕਾ ਫਗਵਾੜਾ, ਉਦੋਂ ਨਗਰ ਪਾਲਿਕਾ ਸੀ ਨਾ ਜੀ। ਮੈਂ ਤੁਹਾਨੂੰ ਉਹਦੀ ਕਾਪੀ ਦਿੰਦਾ ਜੀ ਫਰਦ ਦੀ। ਉਹਦੇ ਉੱਤੇ ਲਿਖਿਆ ਆ ਵੀ ਨਗਰ ਪਾਲਿਕਾ ਫਗਵਾੜਾ 2 ਕਨਾਲ 2 ਮਰਲੇ। ਜਿਹੜੇ ਪਾਰਕ ਦੀ ਜਗ੍ਹਾ 2 ਕਨਾਲ 2 ਮਰਲੇ ਦੀ ਨਹੀਂ, ਪਾਰਕ ਜਿਹੜੀ ਆ ਉਹ ਘੱਟ ਜਗ੍ਹਾ ਦੇ ਵਿੱਚ, ਬਾਕੀ 7-8 ਬੰਦਿਆਂ ਕੋਲ ਕਬਜ਼ਾ ਸੀ। ਉਹਦੇ ਵਿੱਚ ਹਜੂਰਾ ਸਿੰਘ ਵੀ ਆ। ਕਿਉਂਕਿ ਅਸੀਂ ਹਜੂਰਾ ਸਿੰਘ ਨੂੰ ਤਾਂ ਕਿਉਂ ਬਲੇਮ ਕਰਦੇ, ਕਿਉਂਕਿ ਇਹਨੇ ਉਹ ਬਾਕੀ ਤਾਂ ਚਲੋ ਗਰੀਬ ਬੰਦੇ ਆ, 6-7 ਬੰਦੇ ਹੈਗੇ ਆ, ਉਹ ਸਰਕਾਰੀ ਤੇ ਕਬਜ਼ਾ ਤਾਂ ਕਬਜ਼ਾ ਹੀ ਚਾਹੀਦਾ। ਕਬਜ਼ਾ ਹੀ। ਮੈਂ ਦੇਖੋ ਆਪਾਂ ਇਸ ਗੱਲ ਨੂੰ ਲਵਾਂਗੇ ਜੋ ਤੁਸੀਂ ਕਹਿ ਰਹੇ ਹੋ ਕਿੰਨੇ ਕਨਾਲ ਜਗ੍ਹਾ ਸਾਰੀ 2 ਕਨਾਲ 2 ਮਰਲੇ ਆ ਜੀ। ਉਹ ਸਾਰੇ ਕੋਲ ਕਬਜ਼ਾ ਉਹਦੇ ਚ? ਸਾਰਿਆਂ ਕੋਲ ਆ ਜੀ। ਕਿੰਨੇ ਪਰਿਵਾਰਾਂ ਕੋਲ ਕਬਜ਼ਾ ਉਹਦਾ? ਤਕਰੀਬਨ ਮੈਂ ਤੁਹਾਨੂੰ ਦੱਸ ਦਿੰਦਾ ਜੀ, ਨੋਟਿਸ ਗਏ ਹੋਏ ਸਾਰਿਆਂ ਨੂੰ। ਆ ਨੋਟਿਸਾਂ ਦੀ ਕਾਪੀ ਆ ਜੀ ਮੇਰੇ ਕੋਲ। ਸਰਕਾਰੀ ਨੋਟਿਸਾਂ ਦੇ ਨੰਬਰ ਤੁਹਾਨੂੰ ਦੱਸ ਦਿੰਦਾ ਤਕਰੀਬਨ। ਕਾਪੀ ਦੇ ਦਿਓ। ਹਾਂ ਲੈ ਲਓ ਜੀ। ਸਾਰਿਆਂ ਨੂੰ। 1 2 3 ਕੋਈ 8-10 ਬੰਦਿਆਂ ਕੋਲ ਆ ਜੀ ਕਬਜ਼ਾ। ਅਸੀਂ ਖਾਲੀ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ? ਨਹੀਂ ਸਰ, ਤੁਹਾਡਾ ਵੈਲਫੇਅਰ ਸੋਸਾਇਟੀ ਦੇ ਨਾਮ ਲੈਂਦੇ ਉਹਨਾਂ ਨੇ ਖਾਲੀ ਕਰਾਉਣ ਦੀ ਦੇਖੋ ਕੋਸ਼ਿਸ਼ ਨਹੀਂ ਬੇਨਤੀ ਕੀਤੀ? ਇਹ ਆ ਬਈ ਜਿੱਥੇ ਜਿਹੜਾ ਰਹਿ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ। ਮੈਂ ਕਿਉਂ ਕਿਸੇ ਦੇ ਘਰ ਬਸੇਵੇ ਨੂੰ ਮੈਂ ਉਹਨੂੰ ਖਰਾਬ ਕਰਾਂ। ਮਸਲਾ ਇਹ ਸੀ ਵੀ ਇਹ ਜਗ੍ਹਾ ਖਾਲੀ ਸੀ ਸਰਕਾਰ ਦੀ। ਇੱਕ ਉੱਥੇ ਕੋਠੀ ਵੀ ਬਣੀ ਹੋਈ ਜਿੱਥੇ ਪਾਰਕ ਉਹਦੇ ਨਾਲ ਕੋਈ ਕੋਠੀ ਵੀ ਬਣੀ ਹੋਈ ਆ, ਉਹ ਵੀ ਪਾਰਕ 'ਚ ਆਉਂਦੀ ਆ? ਕਿਹੜੀ ਕੋਠੀ? ਨਹੀਂ, ਉਹ ਜਿਹੜੀ ਨਾ ਕੋਈ ਨਹੀਂ। ਜੋ ਦੇਖੋ ਆਪਾਂ ਤਾਂ ਜੋ ਆ ਚੀਜ਼ ਹੈ ਨਾ ਜੀ, ਨੋਟਿਸ ਆ ਜਿਹੜੇ ਆ, ਆਪਾਂ ਤਾਂ ਨੋਟਿਸ ਦੀ ਗੱਲ ਕਰ ਰਹੇ। ਨੋਟਿਸ ਕਿਹਨੂੰ ਗਏ ਆ, ਠੀਕ ਹੈ? ਕਿਉਂਕਿ ਮੈਂ ਜਿਹੜੇ ਰਹਿائشੀ ਲੋਕ ਆ, ਗਰੀਬ ਲੋਕ ਰਹਿ ਰਹੇ, ਮੈਂ ਉਹਨਾਂ ਨੂੰ ਨਹੀਂ ਅੱਜ ਤੱਕ ਨਾ ਪੁੱਛਿਆ। ਮੈਂ ਤਾਂ ਇਹ ਗੱਲ ਕਰਦਾ ਵੀ ਇਸ ਬੰਦੇ ਕੋਲ ਇੰਨੀ ਜਾਇਦਾਦ ਆ, ਉਹਦੇ ਬਾਵਜੂਦ ਇਹਨੇ ਕਬਜ਼ਾ ਕੀਤਾ। ਕਬਜ਼ੇ ਦੇ ਉੱਤੇ ਕੁਆਟਰ ਬਣਾ ਲਏ, ਕੁਆਟਰ ਬਣਾ ਕੇ ਉਹ ਕਿਰਾਏ ਤੇ ਦਿੱਤੇ, ਉਹਦਾ ਕਿਰਾਇਆ ਲੈ ਰਿਹਾ ਜੀ। ਜੇ ਉਹਦਾ ਕਿਰਾਇਆ ਲੈ ਰਿਹਾ, ਕੀ ਇਹਦਾ ਜਿਹੜਾ ਵਾਟਰ ਸਪਲਾਈ ਸੀਵਰੇਜ ਦਾ ਕਨੈਕਸ਼ਨ ਆ ਉਹ ਰੈਜ਼ੀਡੈਂਸ਼ੀਅਲ ਆ ਜਾਂ ਕਮਰਸ਼ੀਅਲ ਆ? ਕੀ ਇਹ ਪ੍ਰਾਪਰਟੀ ਟੈਕਸ ਜਿਹੜਾ ਦੇ ਰਿਹਾ ਆ ਉਹ ਕਿਰਾਏ ਦੇ ਹਿਸਾਬ ਨਾਲ ਦੇ ਰਿਹਾ ਜਾਂ ਇਦਾਂ ਹੀ ਮਕਾਨ ਦਾ ਹੀ ਦੇ ਰਿਹਾ? ਮੰਗੇ ਭਾਜੀ, ਅੱਜ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਤੇ ਇਹ ਚੀਜ਼ਾਂ ਤੁਹਾਨੂੰ ਯਾਦ ਆਈਆਂ ਵੀ ਹਾਂਜੀ। ਤੁਹਾਡੀ ਸਰਕਾਰ ਹੈ, ਤੁਸੀਂ ਮੌਕੇ ਐਮਸੀ ਤੇ ਰਹੇ ਵੀ ਹੋ, ਉਦੋਂ ਕਿਉਂ ਨਹੀਂ ਇਹ ਧਿਆਨ ਚ ਆਇਆ ਆਪਣਾ? ਨਹੀਂ ਦੇਖੋ, ਇਸ ਤਰ੍ਹਾਂ ਆ ਬਈ ਜੋ ਅੱਜ ਕੱਲ ਪਰਸੋਂ ਇਹ ਹਰਪ੍ਰੀਤ ਸਿੰਘ ਸੋਨੂ ਨਾਲ ਵਾਕਿਆ ਹੋਇਆ, ਮੇਰੇ ਨਾਲ 2-3 ਵਾਰ ਹੋ ਚੁੱਕਾ। ਕਿਉਂਕਿ ਮੇਰੇ ਕੋਲ ਪ੍ਰੂਫ ਨਹੀਂ, ਕਿਉਂਕਿ ਮੈਂ ਤਾਂ ਇਸ ਤਰ੍ਹਾਂ ਜੀ ਵੀ ਮੈਂ ਹਾਊ ਬਰੇ ਵਾਲਾ ਬੰਦਾ, ਚੱਲ ਹਾਊ ਕੋਈ ਗੱਲ ਨਹੀਂ, ਚੱਲ ਹਾਊ ਬਰੇ। ਮੈਂ ਇੰਨੀ ਵੱਡੀ ਕਾਰਵਾਈ ਰੁਕਵਾ ਸਕਦਾ ਆ ਜਿਹਦੇ ਵਿੱਚ ਕਮਿਸ਼ਨਰ ਸਾਹਿਬ ਨੇ ਸਪਸ਼ਟ ਲਿਖਿਆ ਆ ਬਈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ, ਠੀਕ ਹੈ ਜੀ। ਤੇ ਮੈਂ ਉਹ ਰੁਕਵਾ ਸਕਦਾ। ਮੈਂ ਕਿਹਾ ਨਹੀਂ ਯਾਰ, ਜਿਸ ਮਕਾਨ ਵਿੱਚ ਬੰਦੇ ਰਹਿ ਰਹੇ, ਗਰੀਬ ਬੰਦੇ ਆ, ਮੈਂ ਨਹੀਂ ਕਿਹਾ ਚੱਲ ਯਾਰ ਹੋਊ ਕੋਈ ਗੱਲ ਨਹੀਂ। ਜਦ ਕਿਸੇ ਬੰਦੇ ਨੂੰ ਜੀਣ ਨਹੀਂ ਦੇਣਾ, ਖਾਲੀ ਜਗ੍ਹਾ ਆ, ਮੈਂ ਕਿਹਾ ਯਾਰ ਦੇਖੋ ਮੈਂ ਉੱਥੇ ਜਾਣਾ ਨਹੀਂ, ਮਹੱਲੇ ਵਾਲਿਆਂ ਵਾਸਤੇ ਆ। ਮਹੱਲੇ ਵਾਲੇ ਬੱਚੇ, ਕੋਈ ਮਹੱਲੇ ਦੇ ਵਿੱਚ ਕੋਈ ਪਾਰਕ ਹੈ ਨਹੀਂ, ਕੁਝ ਨਹੀਂ ਹੈਗਾ ਵੀ ਬੱਚੇ ਉੱਥੇ ਝੂਲੇ ਲਾਏ। ਸਰਕਾਰ ਨੇ ਇੰਨਾ ਖਰਚਾ ਕੀਤਾ ਵੀ ਬੱਚੇ, ਜਿਹੜੀ ਖਾਲੀ ਜਗ੍ਹਾ ਸੀ ਉੱਤੇ ਅਸੀਂ ਪਾਰਕ ਬਣਾਤਾ। ਸਰਕਾਰ ਦੀ ਸੀ, ਸਰਕਾਰ ਨੇ ਆਪਣੀ ਜਗ੍ਹਾ ਤੇ ਆਪਣਾ ਪਾਰਕ ਬਣਾਤਾ। ਜਿਹੜਾ ਕਬਜ਼ਾ ਹੈਗਾ ਦੋ ਤਰ੍ਹਾਂ ਦੇ ਹੈ। ਇੱਕ ਕੰਧ ਹੋਈ ਆ, ਦੀਵਾਰ ਹੋਈ ਹੈ ਤੁਹਾਡੀ, ਜਿੱਤੇ ਤੁਹਾਡਾ ਨੀਂਹ ਪੱਥਰ ਲੱਗਾ। ਹਾਂ। ਇੱਕ ਉਹਦੇ ਨਾਲ ਲਾਈਨ ਵੱਜੀ ਹੋਈ ਆ ਇੱਟਾਂ ਦੀ, ਨੀਜੇ ਬਣਾਈ ਹੋਈ ਆ ਉਹਨਾਂ। ਅੱਛਾ ਜੀ, ਹਾਂਜੀ ਬਿਲਕੁਲ ਬਿਲਕੁਲ। ਤੁਹਾਡਾ ਪਾਰਕ ਦਾ ਹੀ ਹੈ ਸਿਰਫ ਉਹਦਾ? ਪਾਰਕ ਦਾ। ਔਰ ਸਾਡਾ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਗੱਲ ਕਬਜ਼ੇ ਦੀ ਆ, ਵੀ ਗੱਲ ਤਾਂ ਇਹ ਆ ਵੀ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ। ਕਬਜ਼ਾ ਤੁਹਾਡਾ 2 ਕਨਾਲ ਕੁੱਲ 2 ਕਨਾਲ 2 ਮਰਲੇ। ਹੁਣ ਤੁਸੀਂ ਮੰਗ ਕਰਦੇ 2 ਕਨਾਲ ਤੇ 2 ਮਰਲੇ ਜਿਹੜਾ ਖਾਲੀ ਕੀਤੇ ਜਾਣ। ਹਜੂਰਾ ਸਿੰਘ ਖਾਨ ਦਾ ਤੋਂ ਪ੍ਰਸ਼ਾਸਨ, ਮੈਂ ਉਹੀ ਦੱਸਦਾ, ਉਹ ਕੋ 5 ਮਰਲੇ ਖਾਲੀ ਹਜੂਰਾ ਸਿੰਘ ਦੀ ਮੰਗ ਕਰਦੇ ਹੋ ਖਾਲੀ ਕੀਤੇ ਜਾਂ 2 ਕਨਾਲ 2 ਨਹੀਂ। ਮੈਂ ਹਜੂਰਾ ਸਿੰਘ ਦੀ ਦੇਖੋ, ਮੈਂ ਖਾਲੀ ਕਿਸੇ ਦੀ ਨਹੀਂ ਮੰਗ ਕਰਦਾ। ਮੈਂ ਤਾਂ ਜਿਹੜਾ ਕਹਿੰਦਾ ਖਾਲੀ ਆ, ਉਹ ਉੱਤੇ ਜਿਹੜਾ ਪਾਰਕ ਦਾ ਹੁਣ ਉਜਾੜਾ ਕੀਤਾ ਸਰਕਾਰ ਦਾ, ਜਨਤਾ ਦਾ ਇੰਨਾ ਪੈਸਾ ਲੱਗਾ ਵੀ ਕਾਰਪੋਰੇਸ਼ਨ ਕਾਰਵਾਈ ਕਿਉਂ ਨਹੀਂ ਕਰਦੀ? ਨੰਬਰ 1। ਇਹ ਤੁਹਾਡਾ ਸਵਾਲ ਹੈ ਕਾਰਪੋਰੇਸ਼ਨ ਤੇ ਹੈ। ਯੈਸ, ਵੀ ਕਾਰਪੋਰੇਸ਼ਨ ਹਜੂਰਾ ਸਿੰਘ ਤੇ ਕਾਰਵਾਈ ਕਿਉਂ ਨਹੀਂ ਕਰਦੀ? ਦੂਸਰਾ, ਜਿਸ ਜਗ੍ਹਾ ਦੇ ਉੱਪਰ ਇੱਕ ਤਾਂ ਉਹ ਖਾਲੀ ਜਗ੍ਹਾ ਤੇ ਕਬਜ਼ਾ ਕਰਨਾ ਚਾਹ ਰਿਹਾ, ਅਸੀਂ ਨਹੀਂ ਕਰਨ ਦਿੰਦੇ। ਸੈਕੰਡਲੀ, ਜਿਹੜੀ ਜਗ੍ਹਾ ਦੇ ਉੱਪਰ ਉਹਨੇ ਕਬਜ਼ਾ ਕੀਤਾ ਆ ਉਹਦੇ ਉੱਤੇ ਉਹਨੇ ਕੁਆਟਰ ਬਣਾਏ ਹੋਆ, ਠੀਕ ਹੈ ਜੀ, ਉਹਨੇ ਕਿਰਾਏ ਤੇ ਦਿੱਤੇ ਹੋਆ। ਕਾਰਪੋਰੇਸ਼ਨ ਕਿਉਂ ਨਹੀਂ ਕਾਰਵਾਈ ਕਰਦੀ? ਕਿੰਨੀ ਜਗ੍ਹਾ ਹੈ? ਕਾਰਪੋਰੇਸ਼ਨ ਨੇ ਉੱਥੇ ਨਿਸ਼ਾਨ ਲਾਇਆ ਭਾਜੀ। ਤੁਸੀਂ ਉਹਦੇ ਲਈ ਕਾਰਪੋਰੇਸ਼ਨ ਕੋਈ ਲਿਖਤੀ ਸ਼ਿਕਾਇਤ? ਦਿੰਦੇ ਆ, ਦੇਖੋ ਮਾਨਵ ਵੈਲਫੇਅਰ ਸੁਸਾਇਟੀ ਅੱਜ ਤੋਂ ਨਹੀਂ, ਪਿਛਲੇ 30 ਸਾਲ ਤੋਂ ਦੇ ਰਹੇ ਆ ਜੀ। ਕੋਈ ਕਾਰਵਾਈ ਨਹੀਂ ਨਹੀਂ ਹੋ ਰਹੀ।
ਤੁਹਾਨੂੰ ਕਿ ਜਿੱਦਾਂ ਤੁਸੀਂ ਸੱਤਾ 'ਚ ਸੀ ਸਾਡੀ ਸਰਕਾਰ ਆਈ ਸੀ ਹਾਂਜੀ, 30 ਸਾਲ ਦਾ ਹਾਂਜੀ। 5 ਸਾਲ ਪਹਿਲੇ ਸੀ ਉਹ ਵੀ ਸੁਣ ਲਓ ਸਰ। ਉਹਦੇ ਵਿੱਚ ਇਦਾਂ ਸੀ, ਜਿਹੜੀ ਖਾਲੀ ਜਗ੍ਹਾ ਸੀਗੀ, ਖਾਲੀ ਜਗ੍ਹਾ ਦੇ ਉੱਪਰ ਆਪਾਂ ਪਾਰਕ ਬਣਾਤਾ। ਮੈਂ ਉਸ ਤੋਂ ਬਾਅਦ ਬਲਜੀਤ ਸਿੰਘ ਬੱਲੀ ਦੇ ਉੱਪਰ ਮਾਨਯੋਗ ਕਮਿਸ਼ਨਰ ਸਾਹਿਬ ਨੇ ਪਰਚਾ ਦਰਜ ਕਰਾਇਆ। ਮੈਨੂੰ ਨਹੀਂ ਪਤਾ, ਮੈਂ ਡਿਟੇਲ 'ਚ ਮੈਨੂੰ ਨਹੀਂ ਪਤਾ, ਕਿਉਂਕਿ ਉਹ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ ਕੀਤਾ ਜਾਂ ਉਹ ਆਪਣਾ ਕਬਜ਼ਾ ਕਰਨ ਦਾ ਹੀ ਕੀਤਾ, ਕਿਉਂਕਿ ਮੈਂ ਉਹਦੇ ਪਿੱਛੇ ਨਹੀਂ ਗਿਆ। ਅਸੀਂ ਕੋਈ ਵਕੀਲ ਨਹੀਂ ਕੀਤਾ। ਮੈਂ ਕਿਹਾ ਨਹੀਂ ਯਾਰ, ਅਸੀਂ ਜਿਹੜੇ ਰਹਿੰਦੇ ਆ ਰਹੀ ਜਾਣ, ਅਸੀਂ ਕਿਸੇ ਕੋ ਕੁਝ ਨਹੀਂ ਲੈਣਾ। ਖਾਲੀ ਜਗ੍ਹਾ ਜਿਹੜੀ ਆ ਨਾ, ਉਹ ਲੋਕਾਂ ਦੀ ਸਹੂਲਤ ਵਾਸਤੇ ਉਹ ਵਰਤੀ ਜਾਵੇ। ਸਾਡਾ ਮੇਨ ਇਹ ਸੀਗਾ। ਇਹ ਜਿਹੜੀ 2 ਕਨਾਲ 2 ਮਰਲੇ ਜਗ੍ਹਾ ਤੁਸੀਂ ਕਹਿੰਦੇ ਆ, ਹਾਂਜੀ, ਇਹਦੇ ਵਿੱਚ ਜਿਹੜੇ ਹਜੂਰਾ ਸਿੰਘ ਇਹਨਾਂ ਕੋਲ ਕਿੰਨੀ ਜਗ੍ਹਾ ਆ? ਇਸ ਵੇਲੇ ਜਿਹੜਾ ਕਬਜ਼ਾ ਹੈ ਉਹ 5 ਮਰਲੇ। 5 ਮਰਲੇ। ਜਿਹੜਾ ਕਬਜ਼ਾ ਕੀਤਾ, ਜਿਹਦੇ ਉੱਤੇ ਬਣਾਇਆ ਆ ਇਹਨੇ ਡਬਲ ਸਟੋਰੀ। ਤੇ ਨਾਲੇ ਪਤਾ ਲੱਗਿਆ ਸੀ ਕਿ ਉਹਦੇ ਉੱਪਰ ਨਗਰ ਨਿਗਮ ਨੋਟਿਸ ਵੀ ਲਗਾਇਆ ਗਿਆ। ਕਿਹਦੇ ਉੱਪਰ? ਹਾਂਜੀ, ਲੱਗੇ, ਉਹ ਲਾਇਓ ਸੀ ਨੋਟਿਸ। ਮੈਂ ਤਦ ਹੀ ਕਹਿੰਦਾ ਵੀ ਨਗਰ ਨਿਗਮ ਕਿਉਂ ਨਹੀਂ ਕਾਰਵਾਈ ਕਰਦਾ ਪਿਆ। ਜਦੋਂ ਤੁਹਾਡੀ ਸਰਕਾਰ ਰਹੀ ਹੈ ਉਸ ਵੇਲੇ ਕਿਉਂ ਨਹੀਂ ਕਾਰਵਾਈ? ਉਦੋਂ ਮੈਂ ਸਰ ਉਹ ਦੱਸ ਕੇ ਹਟਿਆ